ਅਸੀਂ ਕਹਿੰਦੇ ਕਿ ਵੀ ਜੇਕਰ ਆਬਜੈਕਟ sir. ਨਾ ਹੌਰੀਜ਼ੌਂਟਲ ਪ੍ਰੋਜੈਕਟ ਕਰਦਾ ਪਿਆ, ਇਹ ਆਪਣਾ ਪਿਛਲਾ ਟੌਪਿਕ ਆ। ਅਗਲਾ ਹੁਣ ਇਹ ਹੈਗਾ ਕਿ ਜੇ ਮੰਨ ਲਓ ਮੈਂ ਐਸਐਚ ਬੁਲਟ ਫਾਇਰ ਕਰਨ ਲੱਗੇ ਗਨ ਨੂੰ ਥੋੜਾ ਜਿਹਾ ਉੱਪਰ ਨੂੰ ਟਿਲਟ ਕਰ ਲਵਾਂ ਤੇ ਬੁਲਟ ਨੇ ਇਸ ਵੇ ਨਾਲ ਮੇਰੇ ਕੋਲ ਕਹਿੰਦਾ ਜੀ ਪਾਥ ਬਣਾ ਕੇ ਕੁਝ ਜਾਣਾ, ਯਾਨੀ ਜੇ ਮੈਂ ਫੁੱਟਬਾਲ ਨੂੰ ਕਿੱਕ ਕਰਾਂ ਤੇ ਫੁੱਟਬਾਲ ਜਿਹੜੇ ਪਾਥ ਤੇ ਮੂਵ ਕਰਕੇ ਜਾਂਦਾ ਉਸ ਪਾਥ ਨੂੰ ਅਸੀਂ ਕਹਿੰਦਾ ਉਹ ਵੀ ਪੈਰਾਬੋਲਿਕ ਪਾਥ ਆ ਤੇ ਉਹ ਉਸ ਮੂਵਮੈਂਟ ਤੇ ਬਾਡੀ ਨੂੰ ਗਰਾਊਂਡ ਤੋਂ ਕੁਝ ਐਂਗਲ ਤੇ ਪ੍ਰੋਜੈਕਟ ਕੀਤਾ ਜਾਂਦਾ ਤੇ ਅਸੀਂ ਇਹਨੂੰ ਨਾਮ ਦੇ ਦਿੰਦੇ ਇਹ ਐਂਗੂਲਰ ਪ੍ਰੋਜੈਕਸ਼ਨ ਆ। क्या इन्हीं गल पहले समझ लगी? Yes sir. Yes हाँ sir. जी sir. सो इस आर्टिकल दे अंदर जेड़ा मेन पार्ट चलना वो ये हैगा कि बॉडी नु हॉरिजॉन्टली नहीं सुटना, ਅਸੀਂ बॉडी नु हॉरिजॉन्टल डायरेक्शन दे नाल कुछ एंगल ते प्रोजेक्ट करांगे, ਉਹਦੇ ਨਾਲ ਕੁਝ ਵੇਰੀਏਬਲ ਪਿਛਲੇ ਆਰਟੀਕਲ ਚੋਂ ਚੇਂਜ ਹੋਣੇ ਆ, ਕੁਝ ਰਹਿਣੇ ਸੇਮ। ਜਦੋਂ ਤੁਸੀਂ ਬॉडी ਨੂੰ ਪ੍ਰੋਜੈਕਟ ਕਰਦੇ ਪਏ ਹੋ, ਜਦੋਂ ਤੁਸੀਂ ਬॉडी ਨੂੰ ਐਸਐਚ ਥਰੋ ਕਰਦੇ ਪਏ, बॉडी कुछ इस टाइप का पाथ बनाती पई है, ठीक है। ते ਅਸੀਂ ਇਹ ਕਹਿੰਦੇ ਕਿ ਜਿਹੜੀ ਇਨੀਸ਼ੀਅਲ ਵੈਲੋਸਿਟੀ ਅਸੀਂ ਆਬਜੈਕਟ ਨੂੰ u ਦਿੱਤੀ ਸੀਗੀ ਉਹ ਹੁਣ ਹੌਰੀਜ਼ੌਂਟਲ ਚ ਨਹੀਂ ਦਿੱਤੀ, ਅਸੀਂ ਉਸ ਨੂੰ ਆਬਜੈਕਟ ਨੂੰ ਵੈਲੋਸਿਟੀ ਐਂਗਲ ਤੇ ਦਿੱਤੀ ਹੌਰੀਜ਼ੌਂਟਲ ਦੇ ਨਾਲ। ਤੇ ਜਦੋਂ ਮੇਰੀ ਬਾਡੀ o ਤੋਂ ਚੱਲ ਕੇ ਇਸ a ਪੁਆਇੰਟ ਤੇ ਪਹੁੰਚੇਗੀ, ਅਸੀਂ ਕਹਿੰਦੇ ਜੀ ਇਹ ਐਸ ਸੱਚ ਮੇਰੇ ਕੋਲ ਜਿਹੜਾ ਵਾ x = r ਮੀਟਰ ਅੱਗੇ ਚਲੇ ਗਈ, r मीटर अगे चलेगी, पहले 10 मीटर ऊपर गई सी, फिर 10 मीटर ही थले आ गई। ਇਹ ਮਤਲਬ y एक्सिस ਦੇ ਇਹ ਲਾਈਨ ਬਹੁਤ ਇੰਪੋਰਟੈਂਟ ਹੈ ਪੂਰੇ ਆਰਟੀਕਲ ਚ। ਇਹ ਮਤਲਬ y एक्सिस ਦੇ ਅਲੋਂਗ ਬਾਡੀ ਦੀ ਕੋਈ ਡਿਸਪਲੇਸਮੈਂਟ ਨਹੀਂ ਹੋਈ। ਜੇ ਬਾਡੀ 10 ਮੀਟਰ ਉੱਪਰ ਗਈ ਆ, ਹਾਈਐਸਟ ਪੁਆਇੰਟ ਤੇ ਪਹੁੰਚੀ, ਫਿਰ 10 ਮੀਟਰ ਥੱਲੇ ਆ ਗਈ। ਇਹ ਮਤਲਬ x एक्सिस ਦੇ ਅਲੋਂਗ ਤੇ ਅੱਗੇ ਗਈ ਆ। ਫੁੱਟਬਾਲ ਨੂੰ ਮੈਂ ਕਿੱਕ ਕੀਤਾ, ਪਹਿਲਾਂ ਹਵਾ ਚ ਗਿਆ, ਫਿਰ 19 ਮੀਟਰ ਹੀ ਥੱਲੇ ਆ ਗਿਆ। ਗਰਾਊਂਡ ਦੇ ਹਿਸਾਬ ਨਾਲ ਤਾਂ 20 ਮੀਟਰ ਅੱਗੇ ਚਲਾ ਗਿਆ, ਠੀਕ ਹੈ, ਪਰ ਹਾਈਟ ਦੇ ਹਿਸਾਬ ਨਾਲ ਉਹਨੇ ਕੋਈ ਹਾਈਟ ਗੇਨ ਨਹੀਂ ਕੀਤੀ। x एक्सिस ਦੇ ਲੌਂਗ ਉਹਦੀ ਡਿਸਪਲੇਸਮੈਂਟ ਹੈਗੀ ਆ, ਫਾਈਨਲ ਪੁਆਇੰਟ ਤੱਕ ਪਹੁੰਚ ਕੇ ਉਹਦੀ y एक्सिस ਤੇ ਡਿਸਪਲੇਸਮੈਂਟ ਕੋਈ ਨਹੀਂ। ਕਿਆ ਇੰਨੀ ਗੱਲ ਸਮਝ ਆਈ? ਸਰ ਇੱਕ ਵਾਰੀ ਰਿਪੀਟ ਕਰਿਓ, ਨੈਟਵਰਕ ਕਨੈਕਸ਼ਨ ਸੀਗਾ ਵੀ। ਕਾਕੇ ਅਸੀਂ ਇਹ ਕਿਹਾ ਕਿ ਜਦੋਂ ਫੁੱਟਬਾਲ ਨੂੰ ਕਿੱਕ ਕਰਾਂਗਾ ਤੇ ਫੁੱਟਬਾਲ ਐਸਐਚ ਮੰਨ ਲਓ ਦੂਜੇ ਗੋਲ ਦੇ ਕੋਲ ਪਹੁੰਚ ਗਈ, ਇਹ ਮਤਲਬ ਪਹਿਲਾਂ 4 ਮੀਟਰ ਉੱਪਰ ਗਈ ਸੀਗੀ, ਫਿਰ 4 ਮੀਟਰ ਹੀ ਵਾਪਸ ਥੱਲੇ ਗਰਾਊਂਡ ਵੱਲੋਂ ਆ ਗਈ। ਇਹ ਮਤਲਬ ਅੱਗੇ ਨੂੰ ਤਾਂ ਗਈ ਆ, ਫਾਰਵਰਡ ਡਾਇਰੈਕਸ਼ਨ ਤੇ ਉਹਨੇ ਫੁੱਟਬਾਲ ਨੇ ਹੌਰੀਜ਼ੌਂਟਲ ਦਾ ਡਿਸਟੈਂਸ ਕਵਰ ਕੀਤਾ ਵਾ, पर y एक्सिस ਤੇ ਜਿੰਨਾ ਉੱਪਰ ਗਈ ਸੀ ਉਨੇ ਹੀ ਥੱਲੇ ਆ ਗਈ, ਯਾਨੀ y एक्सिस ਤੇ ਉਹਦੀ ਕੋਈ ਡਿਸਪਲੇਸਮੈਂਟ ਨਹੀਂ ਹੋਈ। ਇੰਨੀ ਗੱਲ ਕਲੀਅਰ ਆ? ਹਾਂਜੀ ਸਰ। ਯੈਸ ਸਰ। ਹੁਣ ਆਪਣੇ ਟੌਪਿਕ ਦੇ ਅਕੋਰਡਿੰਗਲੀ ਆਪਾਂ ਜੋ ਕਰਨਾ, ਟੌਪਿਕ ਹੈਗਾ ਪ੍ਰੋਜੈਕਟਾਈਲ ਗਿਵਨ ਐਂਗੂਲਰ ਪ੍ਰੋਜੈਕਸ਼ਨ। ਇਹਦਾ ਦੂਜਾ ਨਾਮ ਅਸੀਂ ਇਹ ਰੱਖ ਦਿੰਦੇ ਕਿ when the body is projected at an angle theta with horizontal, ਯਾਨੀ ਬਾਡੀ ਨੂੰ ਤੁਸੀਂ ਐਂਗਲ ਥੀਟਾ ਤੇ ਗਰਾਊਂਡ ਤੋਂ ਪ੍ਰੋਜੈਕਟ ਕੀਤਾ ਵਾ, ਠੀਕ ਹੈ। ਇੱਥੇ ਵੀ ਇਹਦੀ ਵੈਲੋਸਿਟੀ ਦੇ ਦੋ ਕੰਪੋਨੈਂਟ ਬਣਨੇ ਆ, ਇੱਕ x ਕੰਪੋਨੈਂਟ ਬਣੇਗਾ, ਇੱਕ ਇਹਦਾ y ਕੰਪੋਨੈਂਟ ਬਣੇਗਾ, ਠੀਕ ਹੈ। ਪਰ ਫਰਕ ਇਹ ਆ, ਪਿਛਲੀ ਵਾਰੀ ਆਪਾਂ ਚੀਜ਼ ਨੂੰ ਜਿਹੜਾ ਹੌਰੀਜ਼ੌਂਟਲ ਸੁੱਟਿਆ ਸੀ, ਇਸ ਲਈ ਸਿਰਫ x ਕੰਪੋਨੈਂਟ ਸੀਗਾ ਵੈਲੋਸਿਟੀ ਦਾ, y ਕੰਪੋਨੈਂਟ 0 ਸੀ। ਹੁਣ ਸੁੱਟਦੇ ਸਾਰੀ ਛੱਡਦੇ ਸਾਰੀ ਬਾਡੀ ਜਿਹੜਾ ਵਾ, ਠੀਕ ਹੈ, y ਵੱਲ ਵੀ ਚੜਦੀ ਪਈ ਆ ਤੇ ਅੱਗੇ ਨੂੰ ਵੀ ਜਾਂਦੀ ਪਈ ਆ। ਇਸ ਲਈ ਜੇ ਰੈਜ਼ੋਲੂਸ਼ਨ ਕਰਾਂ, ਜੇ u ਨੂੰ ਸਪਲਿਟ ਕਰਾਂ, ਇਧਰ ਨੂੰ ਇਹਦਾ ਕੰਪੋਨੈਂਟ u cos ਥੀਟਾ ਬਣ ਜਾਣਾ ਔਰ ਇਸ ਸਾਈਡ ਨੂੰ ਇਹਦਾ ਕੰਪੋਨੈਂਟ u sin ਥੀਟਾ ਬਣ ਜੂ। ਇੰਨੀ ਗੱਲ ਕਲੀਅਰ ਆ? ਯੈਸ ਸਰ। ਉਸ ਤੋਂ ਬਾਅਦ ਜਦੋਂ ਬਾਡੀ ਮੂਵ ਕਰਦੇ ਕਰਦੇ ਕਿਸੇ ਆ ਮੰਨ ਲਓ p ਪੁਆਇੰਟ ਤੇ ਪਹੁੰਚੀ, ਇੱਥੇ ਜਦੋਂ ਬਾਡੀ ਪਹੁੰਚੀ ਉਹਦੀ ਵੈਲੋਸਿਟੀ v ਬਣ ਗਈ, ਇਹਦੀ ਵੈਲੋਸਿਟੀ ਦੇ ਫਿਰ ਦੋ ਕੰਪੋਨੈਂਟ ਬਣਨੇ, ਇੱਕ vx ਇੱਕ vy। ਆ p ਪੁਆਇੰਟ ਆ, p ਪੁਆਇੰਟ ਦੇ ਕੋਆਰਡੀਨੇਟ x ਤੇ y ਆ। ਇਹਦਾ ਮਤਲਬ ਆ ਬਾਡੀ ਇਹਦੇ ਹਿਸਾਬ ਨਾਲ ਇੰਨਾ x ਮੀਟਰ ਅੱਗੇ ਚਲੇ ਗਈ ਆ ਤੇ y ਮੀਟਰ ਬਾਡੀ ਮੇਰੀ ਉੱਪਰ ਨੂੰ ਕਹਿੰਦਾ ਜੀ ਪਹੁੰਚ ਗਈ ਆ, ਠੀਕ ਹੈ। ओरिजिन ਦੇ ਹਿਸਾਬ ਨਾਲ x ਮੀਟਰ 2 ਮੀਟਰ ਬਾਡੀ ਅੱਗੇ ਚਲੇਗੀ, 1 ਮੀਟਰ ਮੰਨ ਲਓ ਹਾਈਟ ਲੈ ਗਈ ਤੇ ਆ ਉਹਦੇ ਕੋਆਰਡੀਨੇਟ x ਤੇ y ਆ ਗਏ। ਕਲੀਅਰ ਆ? ਯੈਸ ਸਰ। ਹੁਣ ਜਦੋਂ ਬਾਡੀ ਇਦਾਂ ਹੀ ਕਿਸੇ ਵੀ ਪੁਆਇੰਟ ਤੇ ਜਾਏਗੀ, ਅਸੀਂ ਕਿਸੇ ਵੀ ਪੁਆਇੰਟ ਤੇ ਉਹਦੀ ਵੈਲੋਸਿਟੀ ਕੱਢਣੀ ਆ, तो दी वेलोसिटी दे दो कंपोनेंट पिछले टॉपिक वकन, एक vx ते एक vy। जे मैं दोनों कंपोनेंट दी वैल्यू कढनी है ना, एक लाइन हुण भी सेम आ, एक बारी चीज नु मैं सुट देता, फुटबॉल नु मैं किक कर देता, फिर पूरे रस्ते में उन्होंने एक्स एक्सिस ते जाके कोई फोर्स नहीं लाई, बॉडी पहलो ग्रेविटी दे अगेंस्ट ऊपर गई सी, फिर ग्रेविटी दी फेवर च थल्ले आई है। ਇਹਦਾ मतलब y एक्सिस ਤੇ ਤਾਂ फोर्स लगूगी ग्रेविटी दी, पर x एक्सिस ਤੇ कोई फोर्स नहीं लगेगी। ਇਹਦਾ मतलब ਹੁਣ ਵੀ ਆਪਣੇ ਪੂਰੇ ਆਰਟੀਕਲ ਦੇ ਅੰਦਰ
ਹੁਣ ਵੀ ਆਪਣੇ ਪੂਰੇ ਆਰਟੀਕਲ ਦੇ ਅੰਦਰ ਐਕਸਲਰੇਸ਼ਨ ਅਲੋਂਗ x ਐਕਸਿਸ 0 ਹੀ ਰਹੇਗੀ ਪਿਛਲੇ ਟੌਪਿਕ ਵਕਨ y ਐਕਸਿਸ ਦੇ ਅਲੋਂਗ ਮੇਰੀ ਐਕਸਲਰੇਸ਼ਨ g ਆ। ਹੁਣ ਇੱਥੇ ਸਮਝਣ ਵਾਲੀ ਗੱਲ ਅੱਗੇ ਆਊਗੀ, ਕੁਝ ਚੀਜ਼ ਮੈਂ ਛੱਡੀ ਆ, ਗੱਲ ਹੁਣੇ ਜੋੜਾਂਗਾ। ਜੇ ਵੈਲੋਸਿਟੀ ਦੇ ਕੰਪੋਨੈਂਟ ਦਵਾਂ ਤੇ ux ਮੇਰਾ u cos θ ਬਣੇਗਾ, uy ਮੇਰਾ u sin θ ਹੋਏਗਾ। ਅੱਗੇ ux u ਹੁੰਦਾ ਸੀ ਤੇ uy 0 ਸੀ, ਹੁਣ ਆ ਦੋ ਕੰਪੋਨੈਂਟ ਬਦਲ ਗਏ, ux ਦੀ ਥਾਂ ਤੇ u cos θ ਲਿਖਿਆ ਕਰਾਂਗੇ, uy ਦੀ ਥਾਂ ਤੇ u sin θ। ਠੀਕ ਹੈ, origin ਦੇ ਕੋਆਰਡੀਨੇਟ ਹੁਣ ਵੀ 0 0 ਆ ਤੇ origin ਨੂੰ ਆਇਡੈਂਟੀਫਾਈ ਕਰਦੇ x0 ਨਾ ਤੇ y0 ਨਾ। ਆ ਗੱਲ ਸਮਝ ਆਈ? ਯੈਸ ਸਰ। ਹੁਣ ਇਹ ਚ ਇੱਕ ਚੀਜ਼ ਧਿਆਨ ਨਾਲ ਸਮਝ ਲਿਓ, ਜਦੋਂ ਆਬਜੈਕਟ O ਤੋਂ ਲੈ ਕੇ ਹਾਈਐਸਟ ਪੁਆਇੰਟ ਤੱਕ ਜਾਏਗਾ ਹਨਾ, ਇਹਦਾ ਮਤਲਬ ਉਹ ਗ੍ਰੈਵਿਟੀ ਦੇ ਅਗੇਂਸਟ ਗਿਆ ਵਾ, ਉਦੋਂ ਵੈਲੋਸਿਟੀ ਪੋਜ਼ਿਟਿਵ ਆ ਕਿਉਂਕਿ ਵੈਲੋਸਿਟੀ ਅਪਵਰਡ ਡਾਇਰੈਕਸ਼ਨ ਚ ਪੋਜ਼ਿਟਿਵ ਆ ਤੇ ਐਕਸਲਰੇਸ਼ਨ ਅਪਵਰਡ ਡਾਇਰੈਕਸ਼ਨ ਚ ਨੈਗੇਟਿਵ ਆ ਕਿਉਂਕਿ ਗ੍ਰੈਵਿਟੀ ਦੇ ਅਗੇਂਸਟ ਆ। ਹਾਈਐਸਟ ਪੁਆਇੰਟ ਤੋਂ ਜਦੋਂ ਬੋਡੀ ਥੱਲੇ ਨੂੰ ਆਈ ਆ ਫਿਰ ਵੈਲੋਸਿਟੀ ਡਾਊਨਵਰਡ ਹੋ ਕੇ ਨੈਗੇਟਿਵ ਹੋ ਗਈ, ਐਕਸਲਰੇਸ਼ਨ ਗ੍ਰੈਵਿਟੀ ਦੀ ਫੇਵਰ ਚ ਇਸ ਲਈ ਪਲੱਸ g ਹੋ ਗਈ। ਇਹਦਾ ਮਤਲਬ ਇੱਕ ਚੀਜ਼ ਆ ਗਈ, u ਤੇ a ਦੇ ਵਿੱਚੋਂ uy ਜੇ ਮੇਰਾ ਪੋਜ਼ਿਟਿਵ ਆ ਤੇ ay ਨੈਗੇਟਿਵ ਆ, ਜੇ uy ਮੇਰਾ ਨੈਗੇਟਿਵ ਆ ਤੇ ay ਪੋਜ਼ਿਟਿਵ ਆ, ਯਾਨੀ ਐਟ ਏ ਟਾਈਮ ਇਹਨਾਂ ਚੋਂ ਦੋਨਾਂ ਵਿੱਚੋਂ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਆ। ਇੰਨੀ ਗੱਲ ਸਮਝ ਲੱਗੀ? ਹਾਂਜੀ ਸਰ। ਹੁਣ ਆਪਾਂ ਪੂਰੇ ਆਰਟੀਕਲ ਵਾਸਤੇ ਦੋ ਸਾਈਨ ਪੱਕੇ ਕਨਫਰਮ ਕਰਨ ਲੱਗੇ। ਆਪਾਂ uy ਪੂਰੇ ਆਰਟੀਕਲ ਚ ਜਿੱਥੇ ਵੀ ਭਰਨਾ ਵਾ ਇਹਨੂੰ ਪਲੱਸ u sin θ ਲੈ ਕੇ ਚੱਲਾਂਗੇ, ay ਦੀ ਵੈਲਿਊ ਮਾਈਨਸ g ਲੈ ਕੇ ਚੱਲਾਂਗੇ। ਆ 6 ਚੀਜ਼ਾਂ ਫਿਰ ਫਿਕਸ ਹੋ ਗਈਆਂ, ਫਿਰ ਤਿੰਨ ਚੀਜ਼ਾਂ ਬਦਲਣਗੀਆਂ, ਸਮਾਲ t, x ਤੇ y। ਹੁਣ ਉਹਦੇ ਅਕੋਰਡਿੰਗਲੀ ਪਹਿਲਾ ਪਾਰਟ ਆਪਣਾ ਜਿਹੜਾ ਬਣਨਾ ਉਹ ਬਣ ਜਾਏਗਾ ਨੇਚਰ ਆਫ ਪਾਥ। ਨੇਚਰ ਆਫ ਪਾਥ ਦਾ ਮਤਲਬ ਇਹ ਹੋਏਗਾ ਤੁਸੀਂ ਇਹ ਪ੍ਰੂਵ ਕਰੋ ਪਾਰਟੀਕਲ ਕਿਸ ਟਾਈਪ ਦੇ ਪਾਥ ਤੇ ਮੂਵ ਕਰਦਾ ਪਿਆ, ਤੇ ਅਸੀਂ ਉਹਦੇ ਪਾਥ ਨੂੰ ਪ੍ਰੂਵ ਕਰਨ ਲਈ ਇਕੁਏਸ਼ਨ ਦੋ ਐਕਸਿਸ ਤੇ ਲਾਣੀ ਆ। ਪਹਿਲਾਂ x ਐਕਸਿਸ ਤੇ ਲਾ ਲਾਂਗੇ ਫਿਰ y ਐਕਸਿਸ ਤੇ ਲਾ ਲਾਂਗੇ। ਇਕੁਏਸ਼ਨ ਇੱਕੋ ਹੀ ਆ, ਅੱਗੇ ਵੀ ਗੱਲ ਕਹੀ ਜੈਸਮੀਨ ਆ ਤੇਰੇ ਕਰਕੇ ਬੋਲਦਾ ਪਿਆ, s = ut plus half at²। ਜੇ ਇਹਨੂੰ ਮੈਂ x ਐਕਸਿਸ ਤੇ ਲਿਖਣਾ ਹੋਵੇ s ਦੀ ਥਾਂ ਤੇ ਮੈਂ x - x0 ਲਿਖਾਂਗਾ, u ਦੀ ਥਾਂ ਤੇ ਮੈਂ ux ਲਿਖੂੰਗਾ, t ਇਦਾਂ ਹੀ ਰਹੇਗਾ ਤੇ ਐਕਸਲਰੇਸ਼ਨ ਦੀ ਥਾਂ ਤੇ ਵੀ ax ਲਿਖਾਂਗਾ। ਗੱਲ ਸਮਝ ਆਈ? यस सर। और जे y एक्सिस ਦੇ ਲੌਂਗ ਲਗਾਣਾ ਤੇ y - y0 u by t plus half ay into t²। ਆ ਮੇਰੀ ਇਕੁਏਸ਼ਨ y ਤੇ x ਤੇ ਲੱਗੇਗੀ। ਇਕੁਏਸ਼ਨ s = ut plus half at² ਹੀ ਆ, ਇੱਕ ਵਾਰੀ x ਤੇ ਇੱਕ ਵਾਰੀ y ਤੇ। t ਦੇ ਪੈਰ ਚ ਕੋਈ xy ਨਹੀਂ ਬਣਦਾ, ਇਸ ਲਈ ਉਹਦੇ ਪੈਰੇਂਥੇਸਿਸ ਕੋਈ ਨੰਬਰ ਨਹੀਂ ਆਏਗਾ। ਠੀਕ ਹੈ, u ਤੇ a x ਐਕਸਿਸ ਤੇ ਲੈਣੇ ਆ ਕਿ y ਐਕਸਿਸ ਤੇ ਲੈਣੇ ਆ, ਉਹਦੇ ਲਈ ਇਹਦੇ ਪੈਰ ਦੇ ਵਿੱਚ ux ਤੇ uy, ax ਤੇ ay ਬਣੇਗਾ। इतना क्लियर है जी? यस। चल यस सर। इक्वेशन लगा दो पहले, फिर एस एच एक्स एक्स दे लॉन्ग x - x0 = uxt प्लस हाफ ax into t²। इस इक्वेशन दे अकॉर्डिंगली x दी वैल्यू x ही रहनी आ, पिछले भी इदां ही सीगा। जैस्मिन इन्नू ध्यान नाल समझ ली, पिछला टॉपिक सेम इसे पैटर्न ते होया होया, वो समय लग जाएगा। x0 ओरिजिन दा हाँ जी सर। 0 आ, ux ਦੀ ਵੈਲਿਊ ਜਿਹੜੀਆਂ 6 ਚੀਜ਼ਾਂ ਉੱਪਰ ਆ ਉਹੀ ਬਾਰ-ਬਾਰ ਵਰਤਣੀਆਂ, ਆਪਾਂ ਉਹਨੂੰ ਕਿਤੇ ਨਹੀਂ ਚੇਂਜ ਕਰਾਂਗੇ। ux ਦੀ ਵੈਲਿਊ u cos θ ਔਰ ax ਦੀ ਵੈਲਿਊ ਤੁਹਾਡੀ 0 ਆ। ਠੀਕ ਹੈ ਜੀ, ਆ ਸਾਰਾ ਕੁਝ ਇਸ ਇਕੁਏਸ਼ਨ ਚ ਭਰ ਦਿਓ, ਆਪਣੇ ਕੋਲ ਆ ਜਾਏਗਾ x - 0 = u cos θ into t plus 0 ਕਿਉਂਕਿ ax 0 ਆ। ठीक है, इन्हों सॉल्व करके लिखा तो x = आ गया u cos θ into t, ते ये तो t कट के रख लवांगे x by u cos θ। गल समझ लगी? यस सर। सेम इसे वे ना कंटिन्यू करांगे। ठीक है जी, इक्वेशन लगा दो y एक्सिस पे। नाउ y - y0 = u by t प्लस हाफ ay into t²। ਇਹ ਚ ਵੈਲਿਊ ਪੁੱਟ ਅਪ ਕਰੋ। ਹੁਣ ਇਹਦੇ ਵਿੱਚੋਂ y0 0 ਆ, uy ਦੀ ਵੈਲਿਊ u sin θ ਵਾ। ਠੀਕ ਹੈ, ay ਦੀ ਵੈਲਿਊ -g ਆ। ਇਹ ਤਿੰਨ ਚੀਜ਼ਾਂ ਆਪਾਂ ਉੱਪਰ ਹੋ ਚੁੱਕੀਆਂ ਵਾ। ਠੀਕ ਹੈ, ਔਰ ਇਹਦੇ ਵਿੱਚ t ਦੀ ਵੈਲਿਊ ਜਿਹੜੀ ਪਹਿਲੇ ਪਾਰਟ ਚ x ਦੇ ਲੌਂਗ ਕੱਢੀ ਉਹ ਯੂਜ਼ ਕਰਾਂਗੇ। t ਦੀ ਵੈਲਿਊ ਆ ਗਈ x by u cos θ
और y की वैल्यू ने y रहना। क्लियर है सारे वेरिएबल? यस सर। Yes, sir. Therefore इस इक्वेशन y minus 0 equal to u sin theta into t आ t ਦੀ ਥਾਂ ਤੇ ਉਹਦੀ ਵੈਲਿਊ ਭਰ ਦਿਓ x by u cos theta plus half into a by ਦੀ ਵੈਲਿਊ minus g ਆ ਉਹ ਭਰ ਲਾਂਗੇ minus g into t square ਆ t ਦੀ ਥਾਂ ਤੇ ਆ ਪੂਰੇ ਦੀ ਪੂਰੀ ਵੈਲਿਊ ਦਾ ਹੋਲ ਸਕੁਅਰ ਕਰ ਲਓ x square over u square into cos square theta आ u इधरों कटिया जाना sin by cos tan बन जाना प्लस माइनस माइनस हो जाना इक्वेशन आ जाएगी x tan थीटा प्लस माइनस माइनस हाफ इनटू g x स्क्वायर ओवर u स्क्वायर cos स्क्वायर थीटा इन्हीं गल समझ लगी? यस सर। ਹੁਣ ਵੀ ਇਸ ਇਕੁਏਸ਼ਨ ਚ ਜੇ ਆਪਾਂ ਗ੍ਰਾਫ ਪਲਾਟ ਕਰਨਾ ਹੋਵੇ y ਤੇ x ਦਾ y ਦੀ ਹਾਈਐਸਟ ਪਾਵਰ ਹੁਣ ਵੀ 1 ਵਾ ਤੇ x ਦੀ ਹਾਈਐਸਟ ਪਾਵਰ ਹੁਣ ਵੀ 2 ਆ ਸੇਮ ਪਿਛਲੇ ਟਾਪਿਕ ਵਕਨ ਤਾਂ ਅਸੀਂ ਕਹਿੰਦੇ ਜਿਹੜੇ ਪਾਰਟ ਦੇ ਅੰਦਰ x ਦੀ ਡਿਗਰੀ 2 ਤੇ y ਦੀ ਡਿਗਰੀ 1 ਆਂਦੀ ਹੋਵੇ ਉਹ ਪੈਰਾਬੋਲਾ ਪਾਥ ਹੁੰਦਾ ਵਾ ਇਹਦਾ ਮਤਲਬ ਆਪਾਂ ਇੱਥੇ ਫਿਰ ਇਹ ਲਿਖ ਸਕਦੇ ਕਿ ਵੀ ਬਾਡੀ ਜਦੋਂ ਐਸ ਸੱਚ ਇਸ ਪਾਥ ਤੇ ਮੂਵ ਕਰਕੇ ਜਾਂਦੀ ਆ ਪਾਥ ਦੀ ਥਾਂ ਤੇ ਕਈ ਵਾਰੀ ਤੁਹਾਨੂੰ ਵਰਡ ਜਿਹੜਾ ਲਿਖਿਆ ਮਿਲੂਗਾ ਨਾ ਉਹ ਮਿਲਦਾ ਟ੍ਰੈਜੈਕਟਰੀ ट्रैजेक्टरी ਅਸੀਂ ਕਿਹਨੂੰ ਕਹਿੰਦੇ ਪਾਥ ਫਾਲੋਡ ਬਾਈ ਦਾ ਪ੍ਰੋਜੈਕਟਾਈਲ ਜਿਹੜਾ ਪਾਥ ਪ੍ਰੋਜੈਕਟਾਈਲ ਫਾਲੋ ਕਰਕੇ ਜਾਂਦਾ ਪਿਆ ਉਸ ਪਾਥ ਨੂੰ ਟ੍ਰੈਜੈਕਟਰੀ ਕਹਿੰਦੇ ਟ੍ਰੈਜੈਕਟਰੀ ਦੀ ਨੇਚਰ ਕੀ ਆ ਸਟ੍ਰੇਟ ਲਾਈਨ ਆ ਸਰਕੂਲਰ ਆ ਕਿਸ ਟਾਈਪ ਦੀ ਆ ਤੇ ਉਹ ਆ ਇਕੁਏਸ਼ਨ ਦੱਸਦੀ ਕਿ ਟ੍ਰੈਜੈਕਟਰੀ ਇਸ ਮੂਵਮੈਂਟ ਤੇ ਪ੍ਰੋਜੈਕਟਾਈਲ ਦੀ ਪੈਰਾਬੋਲਿਕ ਨੇਚਰ ਦੀ ਹੋਏਗੀ ਇਹਨੂੰ ਆਪਾਂ ਲਾਸਟ ਲਿਖ ਸਕਦੇ this is the equation of parabola. This is the equation of parabola. So path is parabolic in nature. इसलिए पार्टिकल का जो पाथ हैगा वो पैराबोलिक नेचर का होएगा। क्या पहला पार्ट समझ लग गया? यस सर। Yes, sir. पिछला Yes, sir. आएगा वो तीन चारे पार्ट इकट्ठे ही आंदे तकरीबन जे ये टॉपिक आना ते ये वाला पार्ट कल्ला इंडिविजुअल भी पूछ लेंदे आ ठीक है ये आया पहला पार्ट जिहदे च असीं ओदा पाथ प्रूव कीता सेकंड पार्ट ओदा हैगा हुण जेहड़ा टाइम ऑफ फ्लाइट ठीक है टाइम ऑफ फ्लाइट किहनूं कहा सी जी आपां की दस्सिया सी की हुंदा टाइम ऑफ फ्लाइट ਜਿਹੜਾ ਕਿੰਨੀ ਜਿੰਨੇ ਦੇਰ ਟਾਈਮ ਲਈ ਤੋਂ ਉਹ move 에ਅਰ ਕਰਦੇ ਚ ਬਿਲਕੁਲ ਜਦੋਂ ਮੈਂ ਫੁੱਟਬਾਲ ਨੂੰ ਇਥੋਂ ਕਿੱਕ ਕੀਤਾ ਤੇ ਦੁਬਾਰਾ ਆ ਗਰਾਊਂਡ ਨੂੰ ਟੱਚ ਕਰਨ ਤੋਂ ਪਹਿਲਾਂ ਤੱਕ ਉਹ ਬਾਡੀ 에ਅਰ 'ਚ ਰਹੀ ਆ ਹਾਂਜੀ ਸਰ ਤੇ 에ਅਰ ਦੇ ਵਿੱਚ ਜਦੋਂ ਵੀ ਆਪਾਂ ਇਕੁਏਸ਼ਨ ਲਾਣੀ ਆ ਤੇ ਇਹ ਧਿਆਨ ਰੱਖਾਂਗੇ x ਵਾਲੀ ਲੱਗਣੀ ਕਿ y ਵਾਲੀ ਤੇ 에ਅਰ 'ਚ ਐਕਸਿਸ y ਹੁੰਦਾ y ਐਕਸਿਸ 에ਅਰ 'ਚ ਆ ਗਰਾਊਂਡ ਦੇ ਪੈਰਲਲ ਆ ਠੀਕ ਹੈ ਇਸ ਲਈ ਇਸ ਮੂਵਮੈਂਟ ਤੇ ਫਲਾਈਟਡ ਐਕਸਿਸ ਲੈਣਾ ਤਾਂ ਅਸੀਂ ਕਹਿੰਦੇ ਜੀ ਇਕੁਏਸ਼ਨ y ਐਕਸਿਸ ਤੇ ਲਾ ਦਿਓ y minus y naught equal to u by t plus half a by t square ਹੁਣ ਤਿੰਨ ਚੀਜ਼ਾਂ ਫੇਰ ਪੁਰਾਣੀਆਂ ਇੱਥੇ ਲਵਾਂਗੇ ਠੀਕ ਹੈ y naught 0 uy ਦੀ ਵੈਲਿਊ u sin theta ay ਦੀ ਵੈਲਿਊ -g ਤੇ ਅਗਲੀਆਂ ਦੋ ਚੀਜ਼ਾਂ ਜਿਹੜੀਆਂ ਲਿਖਣ ਲੱਗੀਆਂ ਉਹ ਧਿਆਨ ਨਾਲ ਸਮਝਣ ਵਾਲੀਆਂ y ਕਿੰਨਾ ਲਿਖੀਏ ਠੀਕ ਹੈ ਤੇ ਸਮਾਲ t ਕਿੰਨਾ ਲਿਖੀਏ स्मॉल टी क्या जा रहा है टाइम ऑफ फ्लाइट नो ते टाइम ऑफ फ्लाइट का सिंबल कैपिटल टी है यानी स्मॉल टी का हो गया कैपिटल टी के बराबर जदों टाइम ऑफ फ्लाइट के बराबर होगा बॉडी किथे पहुंच चुकी होएगी ਜ਼ੀਰੋ ਤੇ ਹਾਫ ਤੇ मेरे को खाओगे हुन कुट जदों मैं ਸਰ ਉਹ ਜ਼ੀਰੋ ਤੇ ਪਹੁੰਚ ਜਾਂਦੇ जदों मैं ओ तो बॉडी सुट्टी आ ठीक है टाइम ऑफ फ्लाइट के बराबर जदों टाइम हो जाऊ बॉडी किथे लभूगी मैनूं जाके ए ते A ਤੇ A ਤੱਕ ਪਹੁੰਚਣ ਨੂੰ ਜਦੋਂ ਬਾਡੀ A ਤੇ ਆ ਗਈ ਤੇ y ਐਕਸਿਸ ਦੇ ਅਲੋਂਗ ਉਹ ਕਿੰਨੇ ਮੀਟਰ ਉੱਪਰ ਆ ਹਜੇ ਸਰ ਕੀ ਕਿਹਾ ਜਦੋਂ ਬਾਡੀ ਮੇਰੀ A ਤੇ ਪਹੁੰਚ ਗਈ y ਐਕਸਿਸ ਦੇ ਅਲੋਂਗ ਬਾਡੀ ਕਿੰਨੀ ਹਾਈਟ ਤੇ ਪਈ ਆ ਜ਼ੀਰੋ ਤੇ ਸਰ ਜ਼ੀਰੋ ਤੇ ਮਤਲਬ ਉਹਨੇ ਹਾਈਟ ਤੇ ਤਾਂ ਨਹੀਂ ਹੈਗੀ ਨਾ ਇਸ ਲਈ y ਦੀ ਵੈਲਿਊ 0 ਆ ਪਾਰਟ ਕਲੀਅਰ ਆ ਯੈਸ ਸਰ ਆ ਦੋ ਚੀਜ਼ਾਂ ਨੇ ਤੁਹਾਡੀਆਂ y 0 ਤੇ ਸਮਾਲ t ਦੀ ਵੈਲਿਊ ਕੈਪੀਟਲ T ਇਸ ਇਕੁਏਸ਼ਨ ਚ ਭਰ ਦਿਓ y ਦੀ 0 y not 0 u sin theta into capital T
प्लस हाफ ए वाई की थां ते माइनस जी और स्मॉल टी की थां ते कैपिटल टी। क्लियर है जी? हाँ जी सर। ਹੁਣ ਜੇ ਇਹਨੂੰ ਸੋल्व ਕਰ ਲਈਏ ਤੇ ਆ ਮਾਈਨਸ ਵਾਲੀ ਟਰਮ ਪਹਿਲੇ ਚੁੱਕ ਕੇ ਇੱਧਰ ਲਾਇਓ, ਆਪਣੀ ਟਰਮ ਆ ਜਾਏਗੀ ਹਾਫ gt ਸਕੁਅਰ ਇਕੁਅਲ ਟੂ u sin ਥੀਟਾ ਇਨਟੂ t। ਇੱਕ t ਚੋਂ ਕੈਨਸਲ ਹੋ ਜਾਣਾ ਤੇ ਅਸੀਂ ਟਾਈਮ ਆਫ ਫਲਾਈਟ ਹੀ ਲੱਭਦੇ ਪਏ, t ਕੈਲਕੂਲੇਟ ਕਰ ਦਿਓ। ਤੇ ਇਹਨੂੰ ਜੇ ਸੋल्व ਕਰ ਦਈਏ ਤੇ t ਦਾ ਫਾਰਮੂਲਾ ਆ 2 ਇੱਧਰ ਮਲਟੀਪਲਾਈ ਤੇ g ਡਿਵਾਈਡ 2u sin ਥੀਟਾ ਬਾਈ g। ਆ ਮੇਰੇ ਕੋਲ ਟਾਈਮ ਆਫ ਫਲਾਈਟ ਦੀ ਵੈਲਿਊ ਆ ਜਾਣੀ ਆ। ਇੱਕੋ ਵਾਰੀ ਧਿਆਨ ਨਾਲ ਸਮਝ ਲਓ, ਮੈਂ ਬਾਰ-ਬਾਰ ਇਹ ਚੀਜ਼ਾਂ ਕਰਾਣੀਆਂ। जे डाउट है तो जरूर पूछते चलो। क्या टाइम ऑफ फ्लाइट वाला पार्ट क्लियर है? हाँ जी। यस सर। Yes, sir. चलो थर्ड पार्ट हैगा रेंज। ਜਦੋਂ ਬੋਡੀ ਨੂੰ O ਤੋਂ ਸੁੱਟਿਆ A ਤੇ ਬੋਡੀ ਪਹੁੰਚ ਗਈ, ਅਸੀਂ ਕਹਿੰਦੇ ਕਿੰਨੇ ਮੀਟਰ ਅੱਗੇ ਚਲੇਗੀ। ਇਹ ਮਤਲਬ ਹੁਣ ਡਿਸਟੈਂਸ ਕਿਹੜੇ ਐਕਸਿਸ ਤੇ ਨਿਕਲਣਾ? एक्स ते सर। ਐਕਸ। ਇਹਦਾ ਮਤਲਬ ਜਦੋਂ ਤੁਸੀਂ ਹੌਰੀਜ਼ੌਂਟਲ ਰੇਂਜ ਕੱਢਣੀ ਆ, ਜਦੋਂ ਤੁਸੀਂ ਹੌਰੀਜ਼ੌਂਟਲ ਰੇਂਜ ਕੱਢਣੀ ਆ ਤੇ ਇਕੁਏਸ਼ਨ ਆਹੀ ਵਾਲੀ ਫੇਰ ਲਾਵਾਂਗੇ x ਐਕਸਿਸ ਦੇ ਉੱਤੇ। ਆਪਣੀ ਇਕੁਏਸ਼ਨ ਕੀ ਲੱਗ ਗਈ? x minus x naught equal to uxt plus half ax into t square। इस इक्वेशन ਦੇ ਅੰਦਰ x ਦੀ x naught ਦੀ ਵੈਲਿਊ 0, ux ਦੀ ਵੈਲਿਊ u cos थीटा, ax ਦੀ ਵੈਲਿਊ 0। ਆ ਤਾਂ ਫਿਰ ਤਿੰਨ ਉਹੀ ਚੀਜ਼ਾਂ ਦਿੱਤੀਆਂ ਜਿਹੜੀਆਂ ਇੱਥੇ ਸਾਰੀਆਂ ਉੱਪਰ ਦਿੱਤੀਆਂ ਹੋਈਆਂ। ਦੋ ਫੇਰ ਆਪਣੇ ਕੋਲ ਆ ਗਈਆਂ, x ਨੂੰ ਕੀ ਭਰੀਏ ਤੇ ਸਮਾਲ t ਨੂੰ ਕਿੰਨਾ ਭਰੀਏ। ਹੁਣ ਜਦੋਂ ਬੋਡੀ O ਤੋਂ ਚੱਲ ਕੇ A ਤੇ ਪਹੁੰਚ ਗਈ, ਟਾਈਮ ਆਫ ਫਲਾਈਟ ਦੇ ਬਰਾਬਰ ਆ ਜੂ, ਯਾਨੀ ਸਮਾਲ t ਦੀ ਵੈਲਿਊ ਕੈਪੀਟਲ T ਔਰ ਕੈਪੀਟਲ T ਦੀ ਅੱਗੇ ਵੈਲਿਊ ਆਪ ਕਰਾਂਗੇ। ਔਰ ਦੂਜੇ ਪਾਸੇ ਡਿਸਟੈਂਸ x ਦੇ ਅਲੋਂਗ ਜਿਹੜਾ ਉਹਨੇ ਕਵਰ ਕਰ ਲਿਆ ਸੀ ਉਹਨੂੰ ਰੇਂਜ ਕਹਿੰਦੇ ਆ। ਇਹ ਮਤਲਬ ਬੋਡੀ ਨੇ x ਇਕੁਅਲ ਟੂ r ਦੇ ਬਰਾਬਰ ਡਿਸਟੈਂਸ ਕਵਰ ਕਰ ਲੈਣਾ, ਯਾਨੀ x r ਨਾਲ ਰਿਪਲੇਸ ਕਰਾਂਗਾ ਤੇ ਸਮਾਲ t ਦੀ ਵੈਲਿਊ ਕੈਪੀਟਲ T। ਆ ਦੋ ਚੀਜ਼ਾਂ ਸਮਝ ਲੱਗੀਆਂ? हाँ जी सर। यस सर। चलो इस इक्वेशन च वैल्यू करो r minus 0 u cos theta into t plus 0, क्योंकि ax 0 हो जाना इसलिए पूरी टर्म ही 0 हो जानी। ठीक है, इनू सॉल्व कर लिए थे r इक्वल टू आ गया u cos theta into t ते टाइम ऑफ फ्लाइट दी वैल्यू बनी पई है, इधर भर दियो 2u sin theta over g। ਤੇ ਜੇ ਮੈਂ ਇਹਨੂੰ ਸਾਰੀ ਟਰਮ ਨੂੰ ਰੀਅਰੇਂਜ ਕਰਕੇ ਇਕੱਠਾ ਕਰਾਂ ਤੇ ਇਹਨੂੰ ਆਪਾਂ ਇਦਾਂ ਲਿਖ ਲਾਂਗੇ ਬੇਟਾ u into u u square into 2 sin theta into cos theta over g। ਇਹਨੀ ਗੱਲ ਸਮਝ ਲੱਗੀ? हाँ जी सर। u square ਵੱਖਰਾ ਕਰ ਲਿਆ 2 sin theta into cos theta ਤੇ ਆ ਟ੍ਰਿਗਨੋਮੈਟਰੀ ਦਾ ਸਟੈਂਡਰਡ ਫਾਰਮੂਲਾ ਵਾ। 2 sin theta into cos theta ਹੋਵੇ 2 sin theta into cos theta ਹੋਏ ਤੇ ਇਹਨੂੰ ਅਸੀਂ sin 2 theta ਲਿਖ ਸਕਦੇ ਹਾਂ। ਇੱਥੇ ਇਹੀ ਚੀਜ਼ ਆਪਾਂ ਸਬਸਟੀਟਿਊਟ ਕਰ ਲਾਂਗੇ ਤੇ देयरफॉर ਸਾਡਾ ਰੇਂਜ ਦਾ ਫਾਰਮੂਲਾ ਬਣ ਗਿਆ u²/g into sin 2 theta। ਆ ਮੇਰੇ ਕੋਲ ਰੇਂਜ ਦਾ ਫਾਰਮੂਲਾ ਆ ਜੂ। क्या ਆ ਫਾਰਮੂਲਾ ਕਲੀਅਰ ਆ? यस सर। ਓਏ ਬਾਕੀ ਸੁੱਤੇ ਪਏ? इन्ना क्लियर है सारियां नु? Yes, यस sir. सर। यस सर। ਇਹਨੂੰ ਹੀ ਹਜੇ ਕੰਟੀਨਿਊ ਕਰਾਂਗਾ। ਇਹਦੇ ਨਾਲ ਹੀ ਇੱਕ ਪਾਰਟ ਹੋਰ ਜੁੜ ਜਾਂਦਾ ਕਿ ਵੀ ਜੇ ਮੈਂ ਰੇਂਜ ਮੈਕਸਿਮਮ ਬਣਾਣੀ ਆ, ਮਤਲਬ ਮੈਂ ਫੁੱਟਬਾਲ ਨੂੰ ਇਸ ਹਿਸਾਬ ਨਾਲ ਕਿੱਕ ਕਰਨਾ ਚਾਹ ਰਿਹਾ ਕਿ ਫੁੱਟਬਾਲ ਮੈਕਸਿਮਮ ਦੂਰ ਜਾ ਕੇ ਡਿੱਗੇ ਤੇ ਮੈਨੂੰ ਆ ਦਿਖਦਾ ਪਿਆ ਰੇਂਜ ਇਨੀਸ਼ੀਅਲ ਸਪੀਡ ਤੇ ਡਿਪੈਂਡ ਕਰੇਗੀ ਮੈਂ ਕਿੰਨੀ ਸਪੀਡ ਨਾਲ ਕਿੱਕ ਕੀਤਾ, ਤੇ ਦੂਜੇ ਪਾਸੇ ਰੇਂਜ ਐਂਗਲ ਤੇ ਡਿਪੈਂਡ ਕਰਦੀ ਆ। ਇਹ ਮਤਲਬ ਮੈਂ ਕਿੰਨੇ ਐਂਗਲ ਤੇ ਫੁੱਟਬਾਲ ਨੂੰ ਕਿੱਕ ਕਰਾਂਗਾ। ਜੇ ਮੈਂ ਸੇਮ ਸਪੀਡ ਰੱਖ ਕੇ ਦੋ ਡਿਫਰੈਂਟ ਐਂਗਲ ਤੇ ਫੁੱਟਬਾਲ ਨੂੰ ਕਿੱਕ ਕਰਾਂ ਤੇ ਮੇਰੀ ਰੇਂਜ ਵੱਖਰੀ ਵੱਖਰੀ ਹੋਏਗੀ। ਉਹਨੇ ਕਿਹਾ ਰੇਂਜ ਮੈਕਸਿਮਮ ਕਿੱਦਾਂ ਹੋ ਸਕਦੀ ਆ? ਆਪਾਂ ਨੂੰ ਇੱਥੇ ਆ ਕਹਿ ਰਹੇ ਇਸ ਪਾਰਟ ਦੇ ਅੰਦਰ r ਦੀ ਵੈਲਿਊ r ਮੈਕਸਿਮਮ ਆਵੇ, ਮਤਲਬ ਰੇਂਜ ਮੇਰੀ ਮੈਕਸਿਮਮ ਬਣ ਜਵੇ। ਰੇਂਜ ਮੈਕਸਿਮਮ ਉਦੋਂ ਬਣੇਗੀ ਓਨਲੀ ਇਫ sin 2 ਥੀਟਾ ਦੀ ਵੈਲਿਊ ਮੈਕਸਿਮਮ ਆਵੇ। यानी जे साइन दी वैल्यू मैक्सिमम आ गई रेंज भी मैक्सिमम आएगी। ते साइन दी मैक्सिमम वैल्यू कितनी होती है जी? 90। साइन दी वड्डी तो वड्डी वैल्यू कितनी है? 1 होंदी? 1।
है ना। आई कहना जी रेंज दी यानी sin 2 थीटा दी वैल्यू जे 1 बन गई, साइन दा एंगल कुछ इदा दा आ जाए कि आ सारे चीज दी वैल्यू 1 आ जाए ते फिर ਅਸੀਂ ਕਹਾਂਗੇ रेंज मैक्सिमम आ। ਹੁਣ sin ਦਾ ਕਿਹੜਾ एंगल ਆ ਜਿਹਦੀ वैल्यू 1 ਹੁੰਦੀ? 90 sin 90। ਇਹਦਾ ਮਤਲਬ ਫਿਰ ਆਪਾਂ ਆ ਲਿਖ ਸਕਦੇ ਹਾਂ, ਫਿਰ ਆਪਾਂ ਇਦਾਂ ਲਿਖ ਸਕਦੇ ਕਿ ਵੀ ਜੇ sin 2 ਥੀਟਾ ਦੀ ਵੈल्यू 1 ਆਣੀ ਆ ਤੇ ਇਹ sin 90 ਨਾਮ ਦੀ ਆ। ਗੱਲ ਸਮਝ ਲੱਗੀ? yes Yes, sir. sin 2 थीटा ਦੀ ਵੈल्यू 1 ਆਵੇ, 1 ਦੀ ਥਾਂ ਤੇ ਮੈਂ sin 90 ਲਿਖ ਸਕਦਾ ਕਿਉਂਕਿ sin 90 1 ਹੁੰਦਾ। ਹੁਣ ਜੇ sin ਨੂੰ ਕੰਪੇਅਰ ਕਰਾਂ ਤੇ ਮੈਨੂੰ ਆ ਮਿਲ ਜਾਏਗਾ ਕਿ 2 ਥੀਟਾ ਦੀ ਵੈल्यू 90 ਜਦੋਂ ਹੋ ਜੂ ਤੇ ਇਤੋਂ ਥੀਟਾ ਕੱਢ ਲਵਾਂ ਤੇ ਥੀਟਾ ਦੀ ਵੈल्यू 45 ਜਦੋਂ ਹੋ ਜੂ। ਇਹਦਾ ਮਤਲਬ ਜੇ ਫੁੱਟਬਾਲ ਨੂੰ ਮੈਂ ਗਰਾਊਂਡ ਦੇ ਨਾਲ 45 ਡਿਗਰੀ ਐਂਗਲ ਤੇ ਕਿਕ ਕਰਾਂਗਾ ਤੇ ਫੁੱਟਬਾਲ ਮੇਰਾ ਮੈਕਸਿਮਮ ਰੇਂਜ ਤੇ ਜਾ ਕੇ ਕਹਿੰਦਾ ਜੀ ਡਿੱਗੇਗਾ। ਗੱਲ ਸਮਝ ਆਈ? Yes, sir. Yes, sir. ਇੱਥੋਂ ਫਿਰ ਤੁਸੀਂ ਲਾਸਟ ਆ ਦੇਖ ਸਕਦੇ ਹੋ ਮੈਕਸਿਮਮ ਰੇਂਜ ਦਾ ਫਾਰਮੂਲਾ। ਇਹ ਜਨਰਲ ਰੇਂਜ ਦਾ ਫਾਰਮੂਲਾ ਜੇ ਮੈਕਸਿਮਮ ਆ ਤੇ sin 2 ਥੀਟਾ ਦੀ ਥਾਂ ਤੇ ਅਸੀਂ 1 ਲਾ ਦਾਂਗੇ। ਇਹਦੇ ਨਾਲ ਮੈਕਸਿਮਮ ਰੇਂਜ ਲਈ ਨੂਮੈਰੀਕਲ ਚ ਫਾਰਮੂਲਾ u²/g ਹੋਏਗਾ। जनरल रेंज का फॉर्मूला आ रहेगा, मैक्सिमम रेंज का फॉर्मूला आ वाला बन जू। क्या आप पार्ट क्लियर है? yes, Yes, Yes. sir. यदि फोटो क्लिक कर दें फिर कंटिन्यू कर रहे हैं। नेक्स्ट पार्ट हैगा यदि मैक्सिमम हाइट। पिछले केस दे विच हाइट नहीं सीगी, इस केस च हाइट भी निकलनी है। बॉडी मैक्सिमम कितनी हाइट ते जांदी है? हाँ जी, फोर्थ पार्ट फिफ्थ पार्ट कह लो। नेक्स्ट पार्ट ਇਹਦਾ ਜਿਹੜਾ बनना वो बनना मैक्सिमम हाइट। देखो ते ਜਦੋਂ बॉडी अपनी आ वाले पॉइंट ਤੇ ਆਂਦੀ ਜਿਹੜਾ ਇਹਦਾ मैक्सिमम हाइट ਦਾ पॉइंट ਹੋਏਗਾ ਉਹ ਕਹਿੰਦਾ ਐਸ ਸੱਚ ਇਸ ਪੁਆਇੰਟ ਤੇ ਕਰਵ ਦੋ ਇਕੁਅਲ ਹਾਫ ਚ ਸਿਮੈਟ੍ਰਿਕਲੀ ਡਿਵਾਈਡ ਆ। ਜਿੰਨਾ ਟਾਈਮ ਬੋਡੀ ਨੂੰ O ਤੋਂ ਲੈ ਕੇ ਮੈਕਸਿਮਮ ਹਾਈਟ ਤੱਕ ਲੱਗੇਗਾ ਐਗਜ਼ੈਕਟਲੀ ਉਨਾ ਹੀ ਟਾਈਮ ਮੈਕਸਿਮਮ ਹਾਈਟ ਤੋਂ ਥੱਲੇ ਆਉਣ ਨੂੰ ਲੱਗਣਾ। ਜਿੰਨਾ ਆ ਡਿਸਟੈਂਸ ਹੋਏਗਾ, ਠੀਕ ਹੈ ਜੀ, ਐਕਸ ਐਕਸ ਦੇ ਲੌਂਗ ਉਨਾ ਹੀ ਇਹਦਾ ਬੈਕ ਤੇ ਡਿਸਟੈਂਸ ਹੋਏਗਾ। ਇਹਦਾ ਮਤਲਬ ਮੈਕਸਿਮਮ ਹਾਈਟ ਨੂੰ ਜਿਹੜਾ ਟਾਈਮ ਲੱਗਦਾ ਉਹ ਟੋਟਲ ਟਾਈਮ ਆਫ ਫਲਾਈਟ ਦਾ ਹਾਫ ਲੱਗੂਗਾ। ਹਾਂਜੀ ਸਰ। ਇਹਦਾ ਮਤਲਬ ਜੇ Yes. ਆ ਚੀਜ਼ ਕੱਢਣੀ ਆ सर दोबारा तो क्यों Sir, repeat करियो. ਪੂਰੀ ਐਸ ਸੱਚ ਮੈਕਸਿਮਮ ਹਾਈਟ ਤੇ ਆਏਗੀ ਤੇ ਮੈਕਸਿਮਮ ਹਾਈਟ ਸਿਮੈਟ੍ਰਿਕਲੀ ਸੈਂਟਰ ਚ ਇਹ ਮਤਲਬ ਜਿੰਨਾ O ਤੋਂ ਲੈ ਕੇ A ਤੱਕ ਦਾ ਟੋਟਲ ਟਾਈਮ ਆ ਇਹ ਟਾਈਮ ਉਹਦੇ ਟਾਈਮ ਦਾ ਹਾਫ ਹੋਊਗਾ। yes sir O ਤੋਂ ਲੈ ਕੇ ਮੈਕਸਿਮਮ ਹਾਈਟ ਤੱਕ ਬੋਡੀ ਨੂੰ ਪਹੁੰਚਣ ਲਈ ਜਿਹੜਾ ਟਾਈਮ ਲੱਗਣਾ ਉਹ ਟੋਟਲ ਟਾਈਮ ਦਾ ਹਾਫ ਲੱਗੂਗਾ। Yes, sir. ਯਾਨੀ ਜੇ yes sir ਅੰਦਰ ਚੱਲਣਾ ਜਦੋਂ Yes, sir. ਪਰ ਆਪਾਂ ਇਕੁਏਸ਼ਨ ਜੇ ਲਾਣੀ ਹੈ ਤੇ ਹੁਣ y ਐਕਸਿਸ ਤੇ ਲੱਗਣੀ ਇਕੁਏਸ਼ਨ ਕਿਉਂਕਿ ਹਾਈਟ ਦੀ ਗੱਲ ਆ। ਇਸ ਲਈ ਆਪਾਂ ਇਕੁਏਸ਼ਨ ਲਾ ਦਾਂਗੇ y minus y naught equal to u by t plus half a by t square। ਮੇਨ ਹਰ ਪਾਰਟ ਦੇ ਅੰਦਰ ਦੋ ਚੀਜ਼ਾਂ ਧਿਆਨ ਨਾਲ ਕਰਨੀਆਂ ਵਾ, ਇੱਕ x ਤੇ ਇੱਕ t ਜਾਂ y ਤੇ t ਉਹਦੀ ਵੈਲਿਊ ਸਹੀ ਭਰੀ ਜਾਵੇ, ਨਹੀਂ ਉਹ ਸਹੀ ਭਰੀ ਤੇ ਸਾਰਾ ਗਲਤ ਆ। ਇਸ ਲਈ ਉਹ ਧਿਆਨ ਨਾਲ ਕਰਿਓ। ਇਹ ਚ ਫੇਰ ਦੁਬਾਰਾ ਚੱਲੀਏ y naught 0 ਆ, uy ਦੀ ਵੈਲਿਊ u sin ਥੀਟਾ ਵਾ, ay ਦੀ ਵੈਲਿਊ -g ਆ। ਆ ਤਿੰਨ ਪਾਰਟ ਤੇ ਉਹੀ ਆ। ਹੁਣ y ਦੀ ਵੈਲਿਊ ਇਸ ਵੇਲੇ y ਦੀ ਵੈਲਿਊ ਆਪਾਂ ਆ ਮੈਕਸਿਮਮ ਹਾਈਟ ਲੈ ਰਹੇ ਆ ਤੇ ਮੈਕਸਿਮਮ ਹਾਈਟ ਦਾ ਸਿੰਬਲ h max ਲਿਖ ਦਿਓ। ਠੀਕ ਹੈ, ਜਿੱਥੇ y ਆਣਾ y ਦੀ ਵੈਲਿਊ h ਮੈਕਸਿਮਮ ਲਿਖ ਦਾਂਗੇ ਤੇ ਇੱਥੇ ਤੱਕ ਪਹੁੰਚਣ ਲਈ ਟਾਈਮ ਜਿਹੜਾ ਉਹ ਟੋਟਲ ਟਾਈਮ ਦਾ ਹਾਫ ਲੱਗੂ। क्लियर है? yes sir Yes, sir. इक्वेशन च वैल्यू भर दियो। ए दी थां ते आ जाऊगा जी h मैक्सिमम -0 u sin थीटा इनटू t दी थां ते t/2 प्लस माइनस माइनस बन जाना हाफ g इनटू t स्क्वायर बाय 4 t/2 दा स्क्वायर कर लिया। इतना क्लियर है? Yes, sir. ये टाइम ऑफ फ्लाइट दा फार्मूला 2u sin थीटा बाय g जिथे t लिखा ਉਹਦੀ ਥਾਂ ਤੇ ਵੈਲਿਊ ਭਰ ਦਿਓ। ਆਪਣੇ ਕੋਲ ਵੈਲਿਊ ਬਣਾਓ ਕੀ ਬਣਦੀ ਪਈ ਹੈ। देयरफॉर h मैक्सिमम ਦਾ ਫਾਰਮੂਲਾ ਆ ਜਾਏਗਾ u sin थीटा
into t ਦੀ ਥਾਂ ਤੇ ਵੈਲਿਊ ਲਿਖ ਦਿੱਤੀ 2u sin theta by g ਆ 2 ਜਿਹੜਾ ਬਚਿਆ ਉਹ ਨਾਲ ਲਗਾ ਦਿੱਤਾ ਮਾਈਨਸ 1/8 into ਆ ਇਕੱਠਾ ਕਰ ਲਓ ਤੇ t ਦੀ ਥਾਂ ਤੇ ਇਹਦਾ ਹੋਲ ਸਕੁਅਰ ਭਰ ਦਿਓ ਇਹਦਾ ਹੋਲ ਸਕੁਅਰ ਭਰੂੰਗਾ ਤੇ ਮੇਰਾ ਆ ਜਾਣਾ 4u ਸਕੁਅਰ sin ਸਕੁਅਰ theta over g ਸਕੁਅਰ ਇੱਕ g ਕੈਨਸਲ ਇੱਕ 4 ਨਾਲ 8 ਚੋਂ ਕੈਨਸਲ ਇੱਕ 2 ਕੈਨਸਲ ठीक है बाकी टर्म इकट्ठी कर लो सो h मैक्सिमम दी वैल्यू आ जाएगी u into u स्क्वायर sin स्क्वायर थीटा by g माइनस आ जाएगा u स्क्वायर sin स्क्वायर थीटा by 2g क्लियर है इतना क्लियर है जी Yes, sir. therefore h maximum आ जाएगा इना चो जे मैं u स्क्वायर sin स्क्वायर थीटा by g कॉमन काट लवा 1 माइनस हाफ आ जू ते 1 चो हाफ माइनस करा ते हाफ बचूगा इमल टर्म आ गई u स्क्वायर sin स्क्वायर थीटा by 2g आ मेरा मैक्सिमम हाइट का फार्मूला बन जू क्या आ फार्मूला क्लियर है Yes. कोई इतना क्लियर है Yes, sir. Yes, sir. थक गए Yes, sir. चलो ये ਇਹਦੇ 6 ਪਾਰਟ ਆ ਬੇਟਾ ਪੇਪਰ ਦੇ ਵਿੱਚ 2 ਪੁੱਛ ਲੈਣ 3 ਪੁੱਛ ਲੈਣ